सतनाम श्री वाहिगुरु साहिब जीओ। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। जप आद सच जुगाद सच है भी सच नानक होसी भी सच। आए प्रभ शरणागति कृपा निध दयाल। एक अखर हर मन वसत नानक होत निहाल। तू चौ सज्जण मेंडिया देई सिस उतार। नैन महिंजे तरस दे कद पसी दीदार। एक ओंकारा सतगुरु तेह प्रसाद सच होए। वाहिगुरु जी की फतेह है विघन विनाशन सोए। श्री नानक अंगद गुरु अमरदास परबंद। रामदास अर्जन गुरु वर श्री हर गोबिंद। हरि राय हर कृष्ण गुरु तेग बहादुर चंद। दसवें गोबिंद सिंह गुरु नमो चरण अरबंद। नमो चरण अरबंद जिसमें अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। कहा बुद्ध प्रभ तुच्छ हमारी वर्ण सकै महिमा जे तिहारी। हम ना कर सकत सिफत तुम्हारी आप लिहो तुम कथा सुधारी। परम सन्मान योग सत्कार योग साध संगत जी। नचीज ना चीज दासरियां दी फतेह प्रवान करनी। वाहिगुरु जी का खालसा वाहिगुरु जी की फतेह। सतगुरु जी ने महान कृपा की है। सच्चे पातशाह जी ने धन श्री गुरु ग्रंथ साहिब जी महाराज जी की हजूरी विच बैठ के दासरियां नूं आप संगतां दी सेवा विच जो साहिब श्री गुरु गोबिंद सिंह जी महाराज अमृत दे दाते सलवंश दानी कलगीधर पातशाह साहिबे कमाल साहिब श्री गुरु गोबिंद सिंह जी दी महाराज जी की रसना तो उचारण हुई बाणी श्री जाप साहिब जी की अमर कथा करन सुन दा सुभाग समा मिलिया। लड़ीवार आप कथा सुन रहे हो। सतगुरु की बाणी विच वचन आउंदा जो यह कथा सुनिया गावै दुख पाप तै निकट ना आवे। जो दसम की बाणी की कथा सुनते हैं और गाउंदे हैं पातशाह कहते उन्होंने दे नेड़े दुख नहीं आएगा। सो भाव संपूर्ण पूर्ण निश्चय है कि जो जाप साहिब की कथा सुनेगा प्रेम नाल उन्होंने दे दुख नाश होणगे। जो ये कथा सुने और गावै दुख पाप ते निकट ना आवे वो पाप नहीं करेगा फिर गुनाह नहीं करेगा। इन्नी कृपा जीव ते वरत जाती है। सतगुरु की मेहर नाल कल
73 ਨੰਬਰ ਪੌੜੀ ਤੱਕ ਵਿਚਾਰ ਆਪ ਜੀ ਨੇ ਸੁਣੀ ਸੀ। ਅੱਗੇ ਅਗਲਾ ਛੰਦ ਸਤਿਗੁਰੂ ਜੀ ਪ੍ਰਾਰੰਭ ਕਰਦੇ ਹਨ। ਚਰਪਟ ਛੰਦ ਤਵੈ ਪ੍ਰਸਾਦ। ਚਰਪਟ ਛੰਦ ਦਾ ਨਾਮ ਹੈ। ਚਰਪਟ ਹੁੰਦਾ ਕਿ ਜਲਦੀ ਉਚਾਰਨ ਵਾਲਾ। ਛੰਦ ਮਹਾਰਾਜ ਉਚਾਰਦੇ ਨੇ ਤੇ ਨਿਮਰਤਾ ਇੰਨੀ ਲਿਖਾਉਂਦੇ ਨੇ, ਜਣਾਉਂਦੇ ਨੇ ਕਿ ਆਪ ਨਿਰੰਕਾਰ ਦਾ ਰੂਪ ਹੁੰਦਿਆਂ ਹੋਇਆਂ ਵੀ ਮਹਾਰਾਜ ਕਹਿੰਦੇ ਤਵੈ ਪ੍ਰਸਾਦ। ਪਾਤਸ਼ਾਹ ਜੀ ਆਪ ਜੀ ਦੀ, ਵਾਹਿਗੁਰੂ ਜੀ ਆਪ ਜੀ ਦੀ ਕਿਰਪਾ ਨਾਲ ਅਸੀਂ ਇਹ ਛੰਦ ਚਰਪਟ ਛੰਦ ਉਚਾਰਨ ਲੱਗੇ ਹਾਂ। ਮਹਾਰਾਜ ਕਹਿੰਦੇ ਅੰਮ੍ਰਿਤ ਕਰਮੇ। ਥੋੜ੍ਹਾ ਜਿਹਾ ਜਿੰਨੀ ਕੁ ਦਾਸ ਨੂੰ ਗੁਰੂ ਸਾਹਿਬ ਨੇ ਬੁੱਧੀ ਬਖਸ਼ੀ ਹੈ ਬਾਣੀ ਦੇ ਉਚਾਰਨ ਬਾਬਤ, ਅਰਥਾਂ ਬਾਬਤ, ਮੈਂ ਸਤਿਗੁਰੂ ਦੀ ਮੇਰ ਨਾਲ ਸੰਗਤ ਦੀ ਚਰਨ ਧੂੜ ਲੈਂਦਿਆਂ ਉਨੀ ਕੁ ਸੰਗਤ ਨੂੰ ਬੇਨਤੀ ਕਰੀ ਦੀ ਅਕਸਰ। ਇਹ ਸ਼ਬਦ ਹੈ ਅੰਮ੍ਰਿਤ। ਗੁਰੂ ਗ੍ਰੰਥ ਸਾਹਿਬ 'ਚ ਵੀ ਇਹ ਸ਼ਬਦ ਆਇਆ ਅੰਮ੍ਰਿਤ, 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 ਅੰਮ੍ਰਿਤ। ਥੋੜ੍ਹੇ ਥੋੜ੍ਹੇ ਫਰਕ ਨਾਲ ਸ਼ਬਦ ਆਉਂਦੇ ਨੇ। ਜਿਹਨੇ ਆੜੇ ਨੂੰ ਟਿੱਪੀ ਇੱਥੇ ਤੇ ਮੰਮੇ ਨੂੰ ਹੁਸ਼ਿਆਰੀ ਪੈਰ ਚਾਰਾ ਤੱਤਾ ਅੰਮ੍ਰਿਤ। ਜਦੋਂ ਟਿੱਪੀ ਤੋਂ ਬਿਨਾਂ ਆੜਾ ਹੋਏਗਾ ਉਦੋਂ ਅੰਮ੍ਰਿਤ, ਅੰਮ੍ਰਿਤ। ਕਈ ਤੱਤੇ ਥੱਲੇ ਫਿਰ ਔਂਕੜ ਆ ਜਾਂਦੀ ਅੰਮ੍ਰਿਤ। ਇੱਦਾਂ ਇਹਦਾ ਉਚਾਰਨ ਜੋ ਲਿਖਿਆ ਉਹੀ ਉਚਾਰਨ ਕਰਨਾ ਹੈ। ਅੰਮ੍ਰਿਤ ਕਰਮੇ। ਵਾਹਿਗੁਰੂ ਪਰਮੇਸ਼ਰ ਜਿਹੜੇ ਕਰਮ ਨੇ, ਜੋ ਕਿਰਿਆ ਕਰਦੇ ਨੇ, ਉਹ ਮਨੁੱਖ ਨੂੰ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਹਨ, ਅਮਰ ਕਰਨ ਵਾਲੇ ਹਨ। ਜਾਂ ਕਰਮ ਨਾਮ ਬਖਸ਼ਿਸ਼ ਦਾ ਹੈ, ਜੋ ਸਤਿਗੁਰੂ ਜੀ ਦੀ ਅੰਮ੍ਰਿਤ ਬਖਸ਼ਿਸ਼ ਹੈ, ਉਹਨਾਂ ਦੀ ਕਿਰਪਾ ਹੈ ਜਿਹੜੀ ਉਹ ਬੰਦੇ ਨੂੰ ਮ੍ਰਿਤੂ ਤੋਂ ਰਹਿਤ ਕਰ ਦਿੰਦੀ। ਜਿਹੜੀ ਮ੍ਰਿਤੂ ਹੈ ਇਹ ਕਈ ਪ੍ਰਕਾਰ ਦੀ ਹੈ ਗੁਰਮੁਖੋ। ਇੱਕ ਤਾਂ ਫਿਜ਼ੀਕਲ ਮੌਤ ਹੁੰਦੀ ਹੈ, ਸਰੀਰ ਡੈਥ ਹੋ ਜਾਣਾ, ਸਰੀਰ ਨੇ ਡਿੱਗ ਪੈਣਾ, ਖਤਮ ਹੋ ਜਾਣਾ। ਇੱਕ ਆਤਮਕ ਮੌਤ ਤੇ ਵੀ ਕਈ ਬੰਦੇ ਮਰਦੇ। ਉਹਦੇ ਬਾਰੇ ਮਹਾਰਾਜ ਲਿਖਿਆ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਮੁਖ ਗਿਆਨੀ ਧਨਵੰਤ ਮਿਰਤ ਕਹੀਏ ਨਾਨਕ ਹਜੇ ਪ੍ਰੀਤ ਨਹੀਂ ਭਗਵੰਤ। ਬੰਦਾ ਕਿੰਨਾ ਸੋਹਣਾ ਹੋਵੇ, ਕੁਲੀਨ ਹੁੰਦਾ, ਉੱਚੀ ਜਾਤ ਵਿੱਚ ਜਨਮ ਲਿਆ ਹੋਵੇ, ਅਤ ਸੁੰਦਰ ਕੁਲੀਨ ਚਤੁਰ, ਬਹੁਤਾ ਚਤੁਰ ਹੋਵੇ, ਸਿਆਣਾ ਹੋਵੇ, ਬਹੁਤ ਹਾਈ ਲੈਵਲ ਦਾ ਦਿਮਾਗ ਦਾ ਹੋਵੇ, ਤੇਲੀਆ ਬੁੱਧੀ ਵਾਲਾ ਹੋਵੇ। ਔਰ ਇੱਕ ਚਮੜਾ ਬੁੱਧੀ ਹੁੰਦੀ, ਇੱਕ ਤੇਲੀਆ ਬੁੱਧੀ ਹੁੰਦੀ। ਤੇਲੀਆ ਬੁੱਧੀ ਵਾਲਾ ਉੱਤਮ ਸ੍ਰੇਸ਼ਟ ਮਨੁੱਖ ਗਿਣਿਆ। ਮੁੱਖ ਗਿਆਨੀ ਤੇ ਮੂੰਹ ਤੋਂ ਗਿਆਨ ਦੀਆਂ ਗੱਲਾਂ ਕਰਨ ਵਾਲਾ ਹੋਵੇ। ਇਕੱਲਾ ਮੁੱਖ ਕਿਹਾ, ਮੁੱਖ ਤੋਂ ਗਿਆਨ ਦੀਆਂ ਗੱਲਾਂ ਕਰਨ ਵਾਲਾ ਵੀ, ਉਹਦੀਆਂ ਗੱਲਾਂ ਸੁਣ ਕੇ ਉਹਨੂੰ ਗਿਆਨੀ ਜੀ ਕਹਿਣ ਲੋਕ। ਧਨਵੰਤ, ਬਹੁਤੇ ਧਨ ਵਾਲਾ ਹੋਵੇ। ਦੁਬਾਰੇ ਫਿਰ ਪੰਕਤੀ ਉਚਾਰਦਾ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਪਰ ਫਿਰ ਕਹਿੰਦੇ 6 ਗੁਣ ਦੱਸੇ ਨੇ। ਸਿਆਣਾ ਹੋਣਾ, ਉੱਚੀ ਕੁਲ ਵਿੱਚ ਜਨਮ ਹੋਣਾ, ਚਤੁਰ ਹੋਣਾ, ਮੁੱਖ ਗਿਆਨੀ ਹੋਣਾ, ਧਨਵੰਤ ਹੋਣਾ। ਇਹ ਵਾਹਿਗੁਰੂ 5 ਗੁਣ ਕਿਸੇ ਬਿਰਲੇ ਨੂੰ ਦਿੱਤੇ ਆ। 5 ਗੁਣ ਨੇ ਇਹ। 5 ਗੁਣ ਕਿਸੇ 'ਚ ਨਹੀਂ, 5 ਨਹੀਂ ਹੁੰਦੇ। ਕਿਸੇ 'ਚ ਕੋਈ ਗੁਣ ਹੁੰਦਾ, ਕਿਸੇ ਇੱਕ ਗੁਣ ਨਾਲ ਹੀ ਉਹਨੂੰ ਨਮਸਕਾਰਾਂ ਹੋਣ ਲੱਗ ਜਾਂਦੀਆਂ। ਸੁੰਦਰ ਹੋਏ ਬੰਦਾ ਉਹਨੂੰ ਲੋਕ ਬਹੁਤ ਸਤਿਕਾਰ ਦਿੰਦੇ ਨੇ, ਬਹੁਤਾ ਸੁੰਦਰ ਹੋਵੇ। ਉੱਚੀ ਕੁਲ ਵਿੱਚ ਹੋਵੇ ਉਹਦਾ ਵੀ ਲੋਕ ਕਰਦੇ। ਗਿਆਨ ਦੀਆਂ ਗੱਲਾਂ ਕਰਨ ਵਾਲੇ ਦਾ ਵੀ ਸਨਮਾਨ ਹੁੰਦਾ ਹੈ। ਚਤਰ ਜਿਹੜਾ ਮਨੁੱਖ ਚੁਸਤ ਹੈ ਬਹੁਤਾ, ਉਹਨੂੰ ਵੀ ਲੋਕ ਕਹਿੰਦੇ ਵਧੀਆ ਬੰਦਾ ਹੈ, ਕਿਤੇ ਕੰਮ ਦੇਊ, ਚੰਗੇ ਦਿਮਾਗ ਵਾਲਾ ਲੈ ਕੇ ਚੱਲੋ ਕੰਮ ਵਾਸਤੇ। ਧਨਵੰਤ ਦਾ ਤਾਂ ਤੁਹਾਨੂੰ ਪਤਾ ਹੀ ਹੈ। ਫਿਰ ਪਰਸੂ ਪਰਸਾ ਪਰਸਰਾਮ ਮਾਇਆ ਕੇ 3 ਨਾਮ। ਥੋੜੀ ਮਾਇਆ ਹੋਵੇ ਅਗਲਾ ਉਹ ਪਰਸੂ,
ਬੰਦਾ ਹੀ ਹੁੰਦਾ। ਜੇ ਥੋੜ੍ਹੀ ਜਿਹੀ ਵਾਹਵਾ ਹੋ ਜਾਵੇ ਕਹਿੰਦੇ ਪਰਸਿਆ ਕੀ ਹਾਲ ਹੈ ਭਾਈ, ਤੇ ਜੇ ਤਾਂ ਜ਼ਿਆਦਾ ਹੀ ਆ ਜਾਵੇ ਕਹਿੰਦੇ ਪਰਸਰਾਮ ਜੀ ਆਉਂਦੇ ਨੇ। ਮਾਇਆ ਦੇ 3 ਨਾਮ ਹੈ, ਮਾਇਆ ਦੇ ਨਾਮ ਹੈ, ਮਨੁੱਖ ਦਾ ਨਾਮ ਨਹੀਂ। ਫਿਰ ਬੇਨਤੀ ਕਰ ਰਿਹਾ ਸੀ, ਪੰਕਤੀ ਹੈ ਅੱਖਰ ਆਇਆ ਅੰਮ੍ਰਿਤ ਕਰਮੇ, ਜਿਹੜੀ ਉਹਦੀ ਬਖਸ਼ਿਸ਼ ਹੈ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਹੈ। ਜਿਹੜੀ ਆਤਮਿਕ ਮੌਤੇ ਤੋਂ, ਮੌਤ ਤੋਂ ਰਹਿਤ ਕੀ ਹੋਣਾ ਹੈ ਕਿ ਵਾਹਿਗੁਰੂ ਦਾ ਭਜਨ ਕਰਨਾ, ਸਿਮਰਨ ਕਰਨ ਲੱਗ ਜਾਣਾ, ਸੁਰਤ ਨੇ ਜਾਗ ਪੈਣਾ। ਇਹਨੂੰ ਜਾਗਿਆ ਹੋਇਆ ਜੀਂਦਾ ਮਨੁੱਖ ਕਹਿੰਦੇ। ਮਹਾਰਾਜ ਨੇ ਬਚਨ ਕੀਤੇ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਪਾਤਸ਼ਾਹ ਕਹਿੰਦੇ ਮੈਂ ਉਹ ਜਿਉਂਦੇ ਦੇਖੇ ਨੇ। ਸਾਨੂੰ ਪੁੱਛੋ, ਉਹ ਕਹਿੰਦੇ ਸਾਰੇ ਜਿਉਂਦੇ ਆ, ਤੁਰੇ ਫਿਰਦੇ ਦਿੰਦੇ ਸਾਨੂੰ, ਅਸੀਂ ਆਪ ਉਨੇ ਕੁ ਜੋਗੇ ਆ। ਸੱਚੇ ਪਾਤਸ਼ਾਹ ਨੂੰ ਪੁੱਛੋ, ਮਹਾਰਾਜ ਜੀਂਦੇ ਵੇਖਿਆ ਕੋਈ? ਪਾਤਸ਼ਾਹ ਕਹਿੰਦੇ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਮੈਂ ਜਿਉਂਦੇ ਦੇਖੇ ਆ। ਸਿੱਖ ਕਹਿੰਦੇ ਮਹਾਰਾਜ ਅਸੀਂ ਵੀ ਦੇਖਦੇ ਹਾਂ ਜਿਉਂਦੇ, ਸਾਰੀ ਦੁਨੀਆ ਜਿਉਂਦੀ ਫਿਰਦੀ। ਕਹਿੰਦੇ ਨਹੀਂ, ਜਿਉਂਦੇ ਉਹ ਦੇਖੇ ਮੈਂ ਜਿਨੀ ਹਰ ਹਰ ਧਿਆਇਆ, ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਉਹ ਅਸਲ ਵਿੱਚ ਜਿਉਂਦੇ ਹਨ। ਨਹੀਂ ਤਾਂ ਕਹਿੰਦੇ ਮਿਰਤਾ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਆਪ ਨਾ ਸ੍ਰਿਸ਼ਟ ਮੈਂ ਬਿਨ ਬੂਝੇ ਵਸ ਤੋਰ। ਗੁਰਮੁਖੋ ਜਿਹੜਾ ਨਾਮ ਤੋਂ ਵੀ ਹੋਣਾ। ਤੁਹਾਨੂੰ ਇੱਕ ਬੇਨਤੀ ਕਰ ਦਿੰਦਾ, 10ਵੇਂ ਪਾਤਸ਼ਾਹ ਕਥਾ ਕਰਦੇ ਸੀ ਅਨੰਦਪੁਰ ਸਾਹਿਬ ਬੈਠੇ। ਸਾਰੀ ਸੰਗਤ ਬੜੀ ਪ੍ਰੇਮ ਨਾਲ ਟਿਕੀ ਲਗਾ ਕੇ ਗੁਰਦੇਵ ਦੇ ਦਰਸ਼ਨ ਕਰਦੀ ਹੈ, ਬਚਨ ਸੁਣਦੀ ਹੈ। ਦਰਸ਼ਨਾਂ ਨਾਲ ਅੱਖਾਂ ਪਵਿੱਤਰ ਹੁੰਦੀਆਂ, ਬਾਣੀ ਸੁਣਨ ਨਾਲ, ਕਥਾ ਸੁਣਨ ਨਾਲ ਕੰਨ ਪਵਿੱਤਰ ਹੁੰਦੇ, ਚੱਲ ਕੇ ਆਏ ਪੈਰ ਪਵਿੱਤਰ ਹੋਏ, ਸੇਵਾ ਕਰਦੇ ਬਾਅਦ 'ਚ ਹੱਥ ਪਵਿੱਤਰ ਹੁੰਦੇ। ਸਾਰੇ ਬੈਠੇ। ਬਾਹਰੋਂ ਫਿਰਦਾ ਕੱਲ ਵੀ ਜ਼ਿਕਰ ਕੀਤਾ ਸੀ, ਭਾਈ ਸੁਥਰਾ ਜੀ ਆ ਗਏ। ਜਦੋਂ ਸੁਥਰਾ ਜੀ ਆਏ ਨਾ, ਉਹਨਾਂ ਨੇ ਮੱਥਾ ਤਾਂ ਟੇਕਿਆ ਮਹਾਰਾਜ ਨੂੰ, 10 ਮਿੰਟ ਕਥਾ ਸੁਣੀ। 10 ਮਿੰਟਾਂ ਬਾਅਦ ਮਹਾਰਾਜ ਵੱਲ ਕੰਡ ਕਰ ਲਈ, ਪਿੱਠ ਕਰ ਲਈ, ਭਾਵ ਜਿੱਧਰ ਜੋੜੇ ਲਾ ਕੇ ਉਹਨੇ ਉੱਧਰ ਨੂੰ ਮੂੰਹ ਕਰ ਲਿਆ। ਸਾਰੀ ਸੰਗਤ ਹੈਰਾਨ। ਹੌਲੀ ਹੌਲੀ ਗੱਲਾਂ ਹੋਣ ਲੱਗ ਗਈਆਂ, ਵਿੱਚ ਬੋਲਣ ਲੱਗ ਗਏ ਵੀ ਇਹਨੂੰ ਕੀ ਹੋਇਆ। ਹੁਣ ਅਸੀਂ ਗੁਰੂ ਦਰਬਾਰ 'ਚ ਬੈਠੇ, ਜੇ ਮੂੰਹ ਉੱਧਰ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਕੰਡ ਕੋਈ ਕਰਕੇ ਬਹਿ ਜਾਏ ਫਿਰ ਹੋਣਾ ਹੀ ਆ। 10ਵੇਂ ਪਾਤਸ਼ਾਹ ਵੱਲ ਨੂੰ ਕੰਡ ਕਰਕੇ ਪਿੱਠ ਕਰਕੇ ਬਹਿ ਗਿਆ। ਸਿੱਖਾਂ ਨੂੰ ਮਹਾਰਾਜ ਇਸ਼ਾਰਾ ਕੀਤਾ, ਬਹਿ ਜਾਓ ਕਥਾ ਸੁਣ ਲਓ। ਕਥਾ ਹੋਈ। ਬਾਅਦ ਵਿੱਚ ਕਹਿੰਦੇ ਆਸਿਆਂ ਬੁਲਾ, ਇਹਨੂੰ ਬੁਲਾਇਆ। ਕਹਿੰਦੇ ਸੁਥਰਿਆ ਤੂੰ ਭੁੱਲ ਗਿਆ ਗੁਰੂ ਦਾ ਸਤਿਕਾਰ ਕਰਨਾ। ਨਾ ਮਹਾਰਾਜ, ਗੁਰੂ ਤਾਂ ਮੇਰੇ ਪ੍ਰਭ ਜੀ ਮੇਰੇ ਪ੍ਰਾਣ ਆਧਾਰੇ ਆ, ਤੁਸੀਂ ਤਾਂ ਮੇਰੇ ਪ੍ਰਾਣਾਂ ਤੋਂ ਵੀ ਸਤਿਕਾਰਯੋਗ ਹੋ, ਪ੍ਰਾਣਾਂ ਦਾ ਆਧਾਰ ਹੋ, ਇਹ ਕੀ ਵਚਨ ਕਰਦੇ ਹੋ। ਕਹਿੰਦੇ ਮੈਂ ਜਦੋਂ ਕਥਾ ਕਰਦੇ ਸੀ ਅਸੀਂ, ਤੂੰ ਪਿੱਠ ਕਰਕੇ ਬਹਿ ਗਿਆ, ਕੰਡ ਕਰਕੇ ਬਹਿ ਗਿਆ ਸੀ, ਤੈਨੂੰ ਪਤਾ ਨਹੀਂ ਕਿ ਗੁਰੂ ਵੱਲ ਮੂੰਹ ਕਰਕੇ ਬੈਠੀ ਦਾ, ਮੁੱਖ ਕਰਕੇ ਬੈਠੀ ਦਾ, ਪਾਪ ਲੱਗਦਾ ਬਹੁਤ ਵੱਡਾ ਗੁਰੂ ਵੱਲ ਕੰਡ ਕਰਨੀ। ਧਿਆਨ ਰੱਖਿਆ ਕਰੋ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਾਂਦੇ ਹੋ, ਮੋਢਾ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਵੱਲ ਹੋ ਜਾਏ, ਪਿੱਠ ਨਾ ਹੋ ਜਾਏ। ਕਈ ਮੱਥਾ ਟੇਕਦੇ ਮਗਰ ਮੂੰਹ ਦੂਜੇ ਪਾਸੇ ਨੂੰ ਕਰ ਲੈਂਦੇ। ਨਹੀਂ, ਕਈ ਸਿਆਣੇ ਸਿੱਖ ਪਿੱਛੇ ਨੂੰ, ਜਿੰਨਾ ਕੁ ਦਰਬਾਰ ਦਾ ਇਮਾਰਤ ਹੁੰਦੀ ਪਿਛਲੇ ਪਾਸੇ, ਪਿਛਲੇ ਪੈਰੀ ਤੁਰੇ ਜਾਂਦੇ, ਪਿੱਠ ਨਹੀਂ ਕਰਦੇ ਮਹਾਰਾਜ ਵੱਲ। ਤੈਨੂੰ ਪਤਾ ਨਹੀਂ, ਤੂੰ ਹਜ਼ੂਰੀ 'ਚ ਬਹਿ ਕੇ ਪਿੱਠ ਕਰਕੇ ਬਹਿ ਗਿਆ। ਕਹਿੰਦੇ ਮਹਾਰਾਜ ਜਿਹੜੀ ਬਚਨ ਕਰਦਿਆਂ, ਕਥਾ ਸੁਣਦਿਆਂ ਡਾਂਗ ਵੜਦੀ ਸੀ ਨਾ ਤੁਹਾਡੀ, ਉਹ ਮੇਥੋਂ ਮੂੰਹ ਤੇ ਝੱਲ ਨਹੀਂ ਹੋਈ। ਆਖੋ ਸ੍ਰੀ ਵਾਹਿਗੁਰੂ। ਜਿਹੜੇ ਚਿੜੀਆਂ ਚਪੇੜਾਂ ਮਾਰਦੇ ਸੀ ਨਾ ਤੁਸੀਂ, ਬਾਣੀ ਜਿਹੜੀ ਚਪੇੜਾਂ ਮਾਰਦੀ ਹੈ ਨਾ, ਧੰਨ ਹੈ ਸਿੱਖ ਜਿਹੜੇ ਮੂੰਹ ਕਰੀ ਬੈਠੇ ਨੇ, ਧੰਨ ਹੈ ਇਹ, ਮੂੰਹ ਤੇ ਖਾਈ ਜਾਂਦੇ ਚਪੇੜਾਂ, ਨਾਲੇ ਹੱਸੀ ਜਾਂਦੇ। ਆਖੋ ਸ੍ਰੀ ਵਾਹਿਗੁਰੂ। ਮੇਥੋਂ ਨਹੀਂ ਚੱਲ ਹੋਈ। ਮੈਂ ਤਾਂ ਕਿਹਾ ਚਲੋ ਕੰਡ ਹੀ ਕਰ ਲੈਂਦੇ ਆ, ਪੈ ਜਾਣਗੀਆਂ 4 ਹੁਣ। ਜਿਹੜੀ ਡਾਂਗ ਫਿਰਦੀ ਸੀ ਨਾ ਕਥਾ ਸੁਣਦਿਆਂ ਕਥਾ ਵਿੱਚ ਡਾਂਗ ਫਿਰਦੀ ਹੁੰਦੀ, ਚਪੇੜਾਂ ਵੱਜਦੀਆਂ ਹੀ ਆ। ਕਈ ਭਾਗਾਂ ਵਾਲੇ ਸਮਝ ਲੈਂਦੇ ਨੇ, ਜਿਹੜਾ ਬੇਸ਼ਰਮ ਬੰਦਾ ਹੁੰਦਾ ਉਹਨੂੰ ਨਹੀਂ ਬਹੁਤਾ ਫਰਕ ਪੈਂਦਾ। ਵਾਹਿਗੁਰੂ ਕਹਿੰਦੇ ਮੈਂ ਤਾਂ ਕੰਡ ਕਰਕੇ ਬਹਿ ਗਿਆ ਮਹਾਰਾਜ, ਕਿੰਨਾ ਗਿਆਨ ਸੰਗਤ ਨੂੰ ਬਖਸ਼ਿਆ। ਕਹਿੰਦੇ ਸੁਣ ਲਓ ਭਾਈ, ਮੈਂ ਬੇਨਤੀ ਕਰ ਰਿਹਾ ਸੀ ਅੰਮ੍ਰਿਤ ਕਰਮੇ,
ਉਹ ਜਿਹੜੇ ਕਰਮ ਨੇ ਮਨੁੱਖ ਨੂੰ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਹਨ। ਸੁੱਤਿਆ ਪਿਆ ਸੁਰਤ ਜਾਗ ਪੈਂਦੀ ਹੈ, ਬਖਸ਼ਿਸ਼ ਹੋ ਜਾਂਦੀ ਹੈ। ਫਿਰ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਅੰਮ੍ਰਿਤ ਮ੍ਰਿਤੂ ਤੋਂ ਰਹਿਤ ਭਾਵ ਜਿਹੜੇ ਦੁੱਖ ਝੋਰੇ ਮਨੁੱਖ ਨੂੰ ਆ ਕੇ ਤੰਗ ਕਰਦੇ ਨੇ, ਗਰੀਬੀ ਆ ਜਾਂਦੀ, ਉਹ ਕਹਿੰਦੇ ਮਰੇ ਹੀ ਹੋਏ ਆ, ਤੰਗ ਹੁੰਦਾ ਬੰਦਾ। ਗੁਰੂ ਦੀ ਬਖਸ਼ਿਸ਼ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਹੈ। ਫਿਰ ਅੰਮ੍ਰਿਤ ਧਰਮੇ ਅੰਮ੍ਰਿਤ, ਆੜੇ ਨੂੰ ਟਿੱਪੀ ਬੋਲਣੀ ਹੈ ਤੇ ਬੱਬੇ ਨੂੰ ਸਿਹਾਰੀ ਤੇ ਰਾਰਾ। ਅੰਮ੍ਰਿਤ ਧਰਮੇ, ਅੰਮ੍ਰਿਤ ਹੁੰਦਾ ਜਿਵੇਂ ਬਿਰਤੀ ਤੋਂ ਸ਼ਬਦ ਬਣਿਆ, ਅੱਗੇ ਬਿਰਤੀ ਤੋਂ ਬ੍ਰਿਤ ਬਣਿਆ। ਬਿਰਤੀ ਦਾ ਜੁੜੇ ਰਹਿਣਾ, ਅਖੰਡ ਰਹਿਣਾ। ਅੰਮ੍ਰਿਤ ਦਾ ਹੁੰਦਾ ਕਿ ਅਖੰਡ ਜਿਹੜਾ ਧਰਮ ਹੈ ਵਾਹਿਗੁਰੂ ਪਰਮੇਸ਼ਰ ਦਾ, ਉਹ ਅਖੰਡ ਧਰਮ ਹੈ। ਉਹਦੀ ਕਿਰਪਾ ਹੈ ਜਿਹੜੀ ਵਰਤੀ ਹੋ ਜਾਂਦੀ ਹਰ ਸਮੇਂ, 24 ਘੰਟੇ ਮਿਹਰ ਹੋਈ ਜਾਂਦੀ ਹੈ। ਭਾਵ ਅਖੰਡ ਅਬਿਰਤ ਧਰਮ ਵਾਲਾ ਹੈ ਪਰਮਾਤਮਾ। ਅਖਲ ਜੋਗੇ, ਧਿਆਨ ਦਿਓ ਪਾਠ ਕਰਨ ਵਾਲੇ, ਅਖਲ ਪਾਠ ਨਹੀਂ। ਉੱਦਾਂ ਤਾਂ ਖਿਮਾ ਕਰਿਓ, 100 ਚੋਂ 99 ਅਖਾਲੀ ਪੜ੍ਹਦੇ ਅਸੀਂ। ਆਖੋ ਸ੍ਰੀ ਵਾਹਿਗੁਰੂ, ਦੇਂਦੇ ਨਹੀਂ ਵੀ ਅੱਧ ਕਿੱਥੇ ਲੱਗਾ ਹੈ। ਕੁਝ ਗੁਟਕਿਆਂ ਵਾਲਿਆਂ ਨੇ, ਟੋਲਿਆਂ ਨੇ, ਛਾਪਣ ਵਾਲਿਆਂ ਨੇ ਬਹੁਤ ਕੁਛ ਕੀਤਾ ਵਿੱਚ ਬਾਣੀ 'ਚ। ਇਹ ਅਖਲ ਪਾਠ ਹੈ, ਅਖਲ ਨਹੀਂ। ਹੁਣ ਗੱਲ ਇਹ ਹੈ ਵੀ ਜੇ ਤਾਂ ਕਿਤੇ ਸਾਧ ਤੋਂ ਚਪੇੜਾਂ ਖਾਧੀਆਂ ਹੋਣ, ਕਿਤੇ ਸੰਥਿਆ ਕੀਤੀ ਹੋਵੇ, ਕਿਤੇ ਟੋਕਰੀ ਢੋਈ ਹੋਵੇ, ਕਿਤੇ 50 ਬੰਦਿਆਂ ਦੀ ਰੋਜ਼ ਗਜਾ ਕਰਕੇ ਲਿਆਂਦੀ ਹੋਵੇ, ਝਾੜੂ ਮਾਰਿਆ ਹੋਵੇ ਗੁਰੂ ਦਰਬਾਰ 'ਚ, ਕੋਈ 10-12 ਸਾਲ ਲਾਏ ਹੋਣ, ਤਾਂ ਫਿਰ ਤਾਂ ਪਤਾ ਲੱਗੇ ਵੀ ਇਹਨੂੰ ਅਖਲ ਬੋਲਣਾ ਕਿ ਅਖਲ ਬੋਲਣਾ। ਖਿਮਾ ਕਰਨਾ, ਪਾਠੀ ਤਾਂ ਇੱਦਾਂ ਹੀ ਬਣੇ ਅਸੀਂ। ਜਗ ਬਾਣੀ ਪੜ੍ਹਦੇ ਪੜ੍ਹਦੇ ਮੈਂ ਸੰਗਤ ਵਿੱਚ ਕਈ ਵਾਰੀ ਹੱਸਦਾ ਹੁੰਦਾ, ਸੰਗਤ ਵਿੱਚ ਕਥਾ ਕਰਦਾ ਵੀ ਭਾਈ ਜਗ ਬਾਣੀ ਪੜ੍ਹਦੇ ਪੜ੍ਹਦੇ ਗੁਰਬਾਣੀ ਪੜ੍ਹਨ ਲੱਗ ਗਏ ਆਪਾਂ। ਜਗ ਬਾਣੀ ਨਹੀਂ ਅਖਬਾਰ, ਜਗ ਬਾਣੀ ਪੜ੍ਹਦਿਆਂ ਗੁਰਬਾਣੀ ਪੜ੍ਹਨ ਲੱਗ ਗਏ। ਹੁਣ ਜਗ ਬਾਣੀ ਵਾਲੇ ਨੂੰ ਕੀ ਪਤਾ ਲੱਗਣਾ, ਖਬਰਾਂ ਪੜ੍ਹਨ ਵਾਲਾ ਜਪਜੀ ਸਾਹਿਬ ਦਾ ਪਾਠ ਕਰ ਲੂ। ਤਾਨੇ ਤਾਂ ਹੁਣ ਮੁਸ਼ਕਿਲਾਂ ਆ ਗਈਆਂ, ਸਾਨੂੰ ਬਹੁਤ ਆਉਂਦੀਆਂ। ਬਾਣੀ ਨਾ ਸ਼ੁੱਧ ਪੜ੍ਹੀ ਜਾਂਦੀ ਹੋਣ ਕਰਕੇ ਹੀ ਇੰਨੇ ਸਾਡੇ ਪੰਥ ਵਿੱਚ ਬਖੇੜੇ ਪਏ। ਉਹ ਤਾਂ ਨਹੀਂ ਤਾਂ ਹੈ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। 5 ਬਾਣੀਆਂ ਵੀ ਪੜ੍ਹਦਾ ਹੈ, ਸੁਖਮਨੀ ਸਾਹਿਬ ਵੀ ਪੜ੍ਹਦਾ ਹੈ, ਆਸਾ ਦੀ ਵਾਰ ਵੀ ਪੜ੍ਹਦਾ ਹੈ, ਤੇ ਚਿੰਤਾਵਾਂ ਇੰਨੀਆਂ ਮੱਥੇ ਤੇ ਜਗ੍ਹਾ ਹੀ ਨਹੀਂ, ਤਿਉੜੀਆਂ ਹੀ ਤਿਉੜੀਆਂ ਪਈਆਂ ਹੋਈਆਂ, ਇੱਕ ਦੂਜੇ ਨੂੰ ਮਿਲਦਾ ਖੁਸ਼ੀ ਹੈ ਹੀ ਨਹੀਂ। ਤੇ ਫਿਰ ਬਚਨ ਗਲਤ ਤਾਂ ਨਹੀਂ ਲਿਖੇ ਮਹਾਰਾਜ ਨੇ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ। ਗੁਰਬਾਣੀ ਗਾਉਣ ਵਾਲੇ ਸੁਖੀ ਨਾ ਰਹੇ ਤੇ ਮੇਰੇ ਵਰਗੇ ਤਾਂ ਜਿਹਨੇ ਪੜ੍ਹਨੀ ਨਹੀਂ ਉਹਦਾ ਕੀ ਹਾਲ ਆ। ਖਿਮਾ ਕਰਿਓ, ਸ਼ੁੱਧ ਬਾਣੀ ਦਾ ਮਹਾਤਮ ਹੈ। ਅਖਲ ਜੋਗੇ, ਤੇ ਤੁਹਾਨੂੰ ਦੱਸ ਦਿੰਦਾ ਅਖਲ ਕਿਉਂ ਨਹੀਂ ਪਾਠ ਸਹੀ। ਅਖਲ ਹੁੰਦਾ ਮੂਰਖ। ਪਰਮਾਤਮਾ ਫਿਰ ਤਾਂ ਇਹਦਾ ਬਣ ਗਿਆ ਅਰਥ ਇਹਦਾ, ਜੇ ਅਖਲ ਪਾਠ ਕਰੀਏ ਇਸ ਕੋਈ ਪਰਮਾਤਮਾ ਮੂਰਖਾਂ ਜੋਗਾ ਹੀ ਹੈ। ਆਖੋ ਸ੍ਰੀ ਵਾਹਿਗੁਰੂ, ਸੰਤਾਂ ਕੋਲੇ ਨਹੀਂ ਆਉਂਦਾ ਉਹ ਮੂਰਖ ਇਹਨੇ ਸਾਡੇ ਜੋਗਾ ਹੀ। ਉਹ ਤਾਂ ਆਦਿਕ ਖੱਖੇ ਤੇ ਲਾ ਦਿਓਗੇ ਤਾਂ ਮੂਰਖ ਅਰਥ ਬਣ ਜਾਣਾ ਹੈ, ਤੇ ਜੇ ਆੜੇ ਤੇ ਲਾ ਦਿਓਗੇ ਤਾਂ ਸਮੂਹ ਬਣ ਜਾਣਾ ਸਾਰੇ। ਅਖਲ ਭਵਨ ਕੇ ਨਾਇਕਾ ਆਉਂਦਾ ਜੀ ਪਾਠ। ਅਕਲ ਦਾ ਮਤਲਬ ਹੁੰਦਾ, ਮੀਨਜ ਹੁੰਦਾ ਕਿ ਸਾਰੇ ਸਮੂਹ, ਤੇ ਅਖਲ ਦਾ ਮਤਲਬ ਹੁੰਦਾ ਮੂਰਖ। ਰੱਬ ਮੂਰਖ ਜੋਗਾ ਨਹੀਂ, ਮੂਰਖਾਂ ਜੋਗਾ ਨਹੀਂ, ਰੱਬ ਸਾਰਿਆਂ ਜੋਗਾ ਹੈ। ਆਖੋ ਸ੍ਰੀ ਵਾਹਿਗੁਰੂ, ਅਖਲ ਜੋਗੇ। ਉਹ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ, ਉਹ ਸਾਰਿਆਂ ਸਮੂਹ ਜੋਗਾ ਹੈ, ਸਾਰਿਆਂ ਜੋਗਾ। ਇਸ ਵਾਸਤੇ ਅਖਲ ਪਾਠ ਨਹੀਂ ਕਰਨਾ, ਅਖਲ ਪਾਠ ਕਰਨਾ ਹੈ। ਇਹਦੇ ਵਿੱਚ ਇਹ ਨਹੀਂ ਕੋਈ ਵੀ ਅਸੀਂ ਕਰਦੇ ਹਾਂ ਵੀ ਸਾਨੂੰ ਕਿਉਂ ਕਿਹਾ। ਸ਼ੁਧਾਈ ਹੋ ਜਾਣੀ ਤੇ ਅੱਗੇ ਤੋਂ ਕਿਰਪਾ ਵਰਤਣੀ ਹੈ ਮਹਾਰਾਜ ਦੀ। ਜਦੋਂ ਪਾਠ ਕਰਾਂਗੇ ਫਿਰ ਕਥਾ ਮਹਾਰਾਜ ਕਹਿੰਦੇ ਸਭ ਤੇ ਉਤਮ ਹਰ ਕੀ ਕਥਾ,
ਨਾਮ ਸੁਣਤ ਦਰਦ ਦੁੱਖ ਲੱਥਾ। ਕਥਾ ਸੁਣਦਾ ਹੀ ਵੱਡਾ ਮਹਾਤਮਾ। ਜਦੋਂ ਹੁਣ ਜਦ ਜਿਹਨੇ ਅੱਜ ਧਿਆਨ ਨਾਲ ਕਥਾ ਸੁਣੀ ਆ, ਕੱਲ ਨੂੰ ਜੋ ਜਾਪ ਸਾਹਿਬ ਕਰੇਗਾ ਫਿਰ ਉਹਦਾ ਰਸ ਵੱਧ ਆਏਗਾ, ਉਹਨੂੰ ਪਤਾ ਲੱਗ ਜਾਏਗਾ ਕਿ ਵੀ ਅਕਲ ਕਰਦਾ ਸੀ ਮੈਂ, ਅਕਲ ਪਾਠ ਹੈ ਇਹ। ਅਰਥ ਵੀ ਸਮਝ ਆ ਗਿਆ ਜਦੋਂ ਇਹ ਪੜੂਗਾ। ਅਕਲ ਜੋਗੇ ਪੜ੍ਹਨ ਵਾਲੇ ਨੂੰ ਤਾਂ ਪਤਾ ਹੀ ਨਹੀਂ ਵੀ ਲਿਖਿਆ ਕੀ ਹੈ। ਜਦੋਂ ਹੁਣ ਦੱਸਤਾ ਕਥਾ ਵਿੱਚ ਅਕਲ ਜੋਗੇ ਹੁੰਦਾ ਕਿ ਸਾਰਿਆਂ ਜੋਗਾ ਹੈ ਪਰਮਾਤਮਾ, ਸਾਰਿਆਂ 'ਚ ਅਸੀਂ ਵੀ ਆ ਗਏ, ਸਾਡਿਆਂ ਦੀ ਕਿਰਪਾ ਕਰਦਾ ਜੋਗਾ ਆਇਆ ਮਹਾਰਾਜ ਚਰਨਾਂ 'ਚ। ਕੀ ਨਾਮ ਭਾਈ? ਜੋਗਾ। ਕਿਹਦੇ ਜੋਗਾ? ਜੀ ਤੁਹਾਡੇ ਜੋਗਾ। ਪਾਤਸ਼ਾਹ ਕਹਿੰਦੇ ਤੂੰ ਜੇ ਮੇਰੇ ਜੋਗਾ ਤਾਂ ਕਲਗੀਧਰ ਤੇਰੇ ਜੋਗਾ ਹੈ। ਉਹ ਸਾਰਿਆਂ ਜੋਗੇ ਹੁੰਦਾ ਹੈ, ਜੁੜਿਆ ਹੋਇਆ ਹੈ ਪਰਮਾਤਮਾ ਸਾਰਿਆਂ ਨਾਲ ਹੀ। ਤਾਂ ਨਹੀਂ ਸਵਾਸ ਆ ਰਿਹਾ। ਅਕਲ ਜੋਗੇ ਅਚਲ ਭੋਗੇ, ਅਤੇ ਉਹ ਅਚਲ ਭੋਗ ਸਮਗਰੀ ਵਾਲਾ ਹੈ। ਜਿੱਥੇ ਬੈਠਾ ਉੱਥੇ ਠੀਕ ਹੈ, ਉੱਥੇ ਸਾਰਾ ਕੁਛ ਆ ਜਾਂਦਾ। ਜਿੱਥੇ ਬੈਠਾ ਰਿਜ਼ਕ ਸਾਰਾ ਕੁਛ ਆ ਜਾਂਦਾ। ਬਾਬਾ ਜੀ ਨੂੰ ਕਿਸੇ ਨੇ ਪੁੱਛਿਆ ਕਿ ਰੋਜੀ ਕੋਲੇ ਚੱਲ ਕੇ ਜਾਣਾ ਪੈਂਦਾ ਜਾਂ ਸਾਨੂੰ, ਜਾਂ ਰੋਜੀ ਚੱਲ ਕੇ ਆਉਂਦੀ ਸਾਡੇ ਕੋਲੇ? ਬਾਬਾ ਜੀ ਕਹਿਣ ਲੱਗੇ ਕਿ ਦੁਨਿਆਵੀ ਬੰਦੇ ਨੂੰ ਰੋਜੀ ਕੋਲੇ ਚੱਲ ਕੇ ਜਾਣਾ ਪੈਂਦਾ ਹੈ, ਔਰ ਮਹਾਤਮਾ ਹੈ ਉਹਨਾਂ ਕੋਲੇ ਰੋਜੀ ਚੱਲ ਕੇ ਆਉਂਦੀ ਹੈ। ਉਹਦੇ ਜਿਹੜੇ ਭੋਗਣ ਵਾਲੀਆਂ ਚੀਜ਼ਾਂ ਉਹਦੀਆਂ ਪਰਮਾਤਮਾ ਦੀਆਂ ਅਟੱਲ ਸਮੱਗਰੀ ਵਾਲਾ ਹੈ, ਉਹ ਅਚਲ ਭੋਗ ਸਮੱਗਰੀ ਵਾਲਾ ਹੈ। ਅੱਗੇ ਕਹਿੰਦੇ ਅਚਲ ਰਾਜੇ, ਹੇ ਪ੍ਰਭੂ, ਹੇ ਪਰਮਾਤਮਾ ਤੁਹਾਡਾ ਰਾਜ ਅਚਲ ਹੈ। ਅਟਲ ਸਾਜੇ, ਤੇ ਅਟਲ ਸਾਜ ਹੁੰਦਾ ਸਾਜੇ ਸਿਰਜਣਾ ਵਾਲਾ ਹੈ ਪਰਮਾਤਮਾ। ਸਿਰਜਣਾ ਕਰੀ ਜਾਂਦਾ ਹੈ, ਪਿਛਲਿਆਂ ਦੀ ਲੈ ਹੋਈ ਜਾਂਦੀ, ਅੱਗੇ ਹੋਰ ਜਨਮ ਲਈ ਜਾਂਦੇ ਨੇ, ਸਿਰਜਣਾ ਕਰਦਾ। ਜਾਂ ਅਟਲ ਸਿਰਜਣਾ ਵਾਲਾ ਹੈ, ਜਿਹੜੀ ਉਹਨੇ ਇੱਕ ਵਾਰੀ ਸਿਰਜਣਾ ਕਰਤੀ ਹਮੇਸ਼ਾ ਵਾਸਤੇ ਹੀ ਹੈ। ਜੇ ਪੰਜ ਪਿਆਰੇ ਸਾਜ ਦਿੱਤੇ ਕਲਗੀਧਰ ਪਾਤਸ਼ਾਹ ਜੀਆਂ ਨੇ, ਫਿਰ ਉਹ ਅਟਲ ਹਮੇਸ਼ਾ ਵਾਸਤੇ ਹੀ ਨੇ। ਉਹ ਸੰਗਤ ਨੂੰ ਵਡਿਆਈ ਦਿੱਤੀ ਹਮੇਸ਼ਾ ਵਾਸਤੇ ਹੈ। ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ੀ, ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ, ਆਪ ਮੱਥਾ ਟੇਕਿਆ, ਫਿਰ ਜੁਗੋ ਜੁਗ ਅਟਲ ਸ਼ਬਦ ਆ ਗਿਆ। ਅੱਗੇ ਸੱਚੇ ਪਾਤਸ਼ਾਹ ਫਿਰ ਕਹਿੰਦੇ ਅਖਲ ਧਰਮ, ਫਿਰ ਅਖਲ ਸ਼ਬਦ ਆਇਆ। ਅਖਲ ਧਰਮ ਸਾਰੇ ਧਰਮਾਂ ਵਾਲਾ ਹੈ ਪਰਮਾਤਮਾ। ਸਾਰੇ ਧਰਮ ਉਹਦੇ ਨਾਲ ਹੀ ਜੋੜਦੇ ਨੇ। ਅਲਖ ਕਰਮੰ, ਔਰ ਉਹ ਅਦ੍ਰਿਸ਼ਟ ਕਰਮਾਂ ਵਾਲਾ ਹੈ। ਜੋ ਕਰਮ ਕਿਰਪਾ ਕਰਦਾ ਦਿਸਦਾ ਨਹੀਂ, ਉਹ ਬਖਸ਼ਿਸ਼ ਕਰਦਾ ਹੈ ਜਦ ਉਹ ਮਿਹਰ ਕਰਦਾ, ਦਿਸਦਾ ਨਹੀਂ, ਕਿਸੇ ਨੂੰ ਪਤਾ ਨਹੀਂ ਲੱਗਦਾ। ਜਦੋਂ ਕਿਰਪਾ ਹੋ ਜਾਂਦੀ ਉਦੋਂ ਅਸੀਂ ਮਹਿਸੂਸ ਕਰਦੇ ਹਾਂ। ਇਸ ਵਾਸਤੇ ਉਹ ਅਖਲ ਧਰਮ ਸਰਵੇਂ ਧਰਮਾਂ ਨਾਲ ਜੁੜਿਆ ਹੋਇਆ ਵਾਲਾ ਹੈ ਤੇ ਅਦ੍ਰਿਸ਼ਟ ਕਰਮਾਂ ਵਾਲਾ ਹੈ। ਫਿਰ ਸੱਚੇ ਪਾਤਸ਼ਾਹ ਕਹਿੰਦੇ ਸਰਬੰਗ ਦਾਤਾ, ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਸਾਰਿਆਂ ਨੂੰ ਰੋਜੀ ਦਿੰਦਾ ਹੈ, ਸਭ ਨੂੰ ਸਵਾਸ ਦਿੱਤੇ ਹੈ, ਸਭ ਨੂੰ ਪਦਾਰਥ ਦਿੰਦਾ ਹੈ, ਸਭ ਤੇ ਕਿਰਪਾ ਕਰਦਾ, ਸਭ ਦੇ ਨਾਲ ਰਹਿੰਦਾ ਹੈ, ਸਾਰਿਆਂ ਦੇ ਅੰਦਰ ਉਹਦੀ ਜੋਤ ਹੈ। ਸਰਬੰ ਗਿਆਤਾ, ਤੇ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਹੈ। ਕਿਸ ਮਨੁੱਖ ਦੇ ਮਨ ਵਿੱਚ ਕੀ ਹੈ, ਕਿਸ ਦੇ ਅੰਦਰ ਕੀ ਚੱਲਦਾ ਹੈ, ਉਹ ਤਾਂ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਵਾਹਿਗੁਰੂ ਪਰਮੇਸ਼ਰ ਨੇ ਸਭ ਨੂੰ ਜਾਣਦਾ ਹੈ, ਇਹ ਕੀ ਕਰ ਰਿਹਾ ਹੈ, ਕੀ ਇਹਨੂੰ ਕਿੰਨਾ ਦੇਣਾ ਹੈ, ਇਹਨੂੰ ਕਿੰਨਾ ਨਹੀਂ ਦੇਣਾ, ਕਦੋਂ ਦੇਣਾ ਤੇ ਕਦੋਂ ਇਹ ਤੋਂ ਵਾਪਸ ਲੈਣਾ। ਵਾਪਸ ਵੀ ਲੈਂਦਾ ਨਾ, ਜਾਂ ਨਹੀਂ ਲੈਣਾ, ਦੇ ਹੀ ਜਾਣਾ, ਦੇ ਹੀ ਜਾਣਾ। ਇਹ ਗਿਆਨ ਰੱਖਣ ਵਾਲਾ ਹੈ ਪਰਮਾਤਮਾ। ਸਰਬੰ ਭਾਨੇ, ਭਾਨ ਭਾਵ ਸੂਰਜ ਦਾ ਅਰਥ ਵੀ ਹੈ, ਚੰਦਰਮਾ ਦਾ ਅਰਥ ਵੀ ਹੈ। ਪ੍ਰਕਾਸ਼ਮਾਨ ਕਰਨ ਵਾਲਾ ਹੈ ਸਾਰਿਆਂ ਨੂੰ,
ਸਭ ਨੂੰ ਪ੍ਰਕਾਸ਼ਮਾਨ ਕਰਨ ਵਾਲਾ ਹੈ। ਸਰਬੰਗ ਮਾਨੇ ਤੇ ਸਾਰਿਆਂ ਦੁਆਰਾ ਮੰਨਿਆ ਜਾਂਦਾ, ਸਾਰੇ ਉਹਨੂੰ ਪੂਜਦੇ ਨੇ, ਸਾਰੇ ਉਹਦੀ ਪੂਜਾ ਕਰਦੇ ਨੇ, ਸਾਰੇ ਉਹਨੂੰ ਨਮਸਕਾਰਾਂ ਕਰਦੇ ਹਨ। ਇਸ ਕਰਕੇ ਇੰਨਾ ਵੱਡਾ ਵਾਹਿਗੁਰੂ ਪਰਮੇਸ਼ਰ ਹੈ। ਸਰਬੰਗ ਪ੍ਰਾਣੰ, ਸਾਰਿਆਂ ਦਾ ਪ੍ਰਾਣ ਰੂਪ ਹੈ। ਪ੍ਰਾਣ ਰੂਪ ਹੋਣ ਕਰਕੇ ਸਾਰਿਆਂ ਨੂੰ ਜ਼ਿੰਦਗੀ ਦਿੱਤੀ ਉਹਨੇ। ਸਰਬੰਗ ਤ੍ਰਾਣੰ, ਉਹ ਭਾਈ ਸਾਰਿਆਂ ਦਾ ਤਾਣ ਰੂਪ, ਬਲ ਰੂਪ ਹੈ। ਸਾਰਿਆਂ ਨੂੰ ਬਲ, ਅਸੀਂ ਕੋਈ ਕੁਛ ਕੰਮ ਕਰਦਾ ਹੈ, ਕੋਈ ਕੁਛ ਕਰਦਾ ਹੈ, ਕੋਈ ਨਾਮ ਜਪਦਾ ਹੈ, ਕੋਈ ਸੇਵਾ ਕਰਦਾ ਹੈ, ਕੋਈ ਸਿਮਰਨ ਕਰਦਾ ਹੈ, ਕੋਈ ਖੇਤੀ ਕਰਦਾ ਹੈ, ਕੋਈ ਦੁਕਾਨ ਤੇ ਕੰਮ ਕਰਦਾ ਹੈ, ਕੋਈ ਹੋਰ ਬਿਜ਼ਨਸ ਕਰਦਾ। ਉਹ ਸਾਡਾ ਬਲ ਦਿੱਤਾ ਹੈ, ਪਰਮਾਤਮਾ ਨੇ ਦਿੱਤਾ। ਇਸ ਕਰਕੇ ਕੋਈ ਵੀ ਕੰਮ ਕਰਦੇ ਆ ਉੱਤੇ ਬਲ ਲੱਗਦਾ ਹੈ। ਤੇ ਬਾਅਦ ਵਿੱਚ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਚਾਹੀਦਾ, ਮਹਾਰਾਜ ਤੁਸੀਂ ਇਹ ਬਲ ਦਿੱਤਾ, ਇਹ ਕਾਰਜ ਹੋ ਗਿਆ। ਪਰ ਇਹਦਾ ਘੇਰ ਉਲਟ ਲੱਗਾ, ਇਹ ਕਹਿੰਦਾ ਆ ਵੀ ਮੈਂ ਕੀਤਾ ਹੈ, ਆ ਵੀ ਮੈਂ ਕੀਤਾ ਹੈ, ਆ ਵੀ ਮੈਂ ਕੀਤਾ। ਮਹਾਰਾਜ ਕਹਿੰਦੇ ਸਾਰਿਆਂ ਨੂੰ ਤਾਣ ਦੇਣ ਵਾਲਾ ਪਰਮਾਤਮਾ, ਇਹਨੂੰ ਭੁੱਲਦਾ ਕਿਉਂ ਤੂੰ? ਉਹਦਾ ਸ਼ੁਕਰਾਨਾ ਕਰੋ, ਮਹਾਰਾਜ ਤੁਹਾਡੇ ਦਿੱਤੇ ਤਾਣ ਨਾਲ ਕਾਰਜ ਹੋਇਆ, ਤੁਸੀਂ ਕਰਵਾਇਆ ਮਹਾਰਾਜ, ਸ਼ੁਕਰਾਨਾ। ਫਿਰ ਅੱਗੇ ਸੱਚੇ ਪਾਤਸ਼ਾਹ ਕਹਿੰਦੇ ਸਰਬੰਗ ਭੁਗਤਾ, ਸਾਰਿਆਂ ਨੂੰ ਭੁਗਤਣ ਵਾਲਾ ਹੈ, ਖਤਮ ਕਰਨ ਵਾਲਾ ਹੈ, ਭੋਗ ਪਾਉਂਦਾ ਸਾਰਿਆਂ ਦੇ। ਸਰਬੰਗ ਜੁਗਤਾ, ਅਤੇ ਜੁਗਤਾ ਹੁੰਦਾ ਜੁੜਿਆ ਸਾਰਿਆਂ ਨਾਲ, ਉਹ ਵਾਹਿਗੁਰੂ ਪਰਮੇਸ਼ਰ ਜੁੜਿਆ ਹੋਇਆ ਹੈ। ਸਰਬੰਗ ਦੇਵੰ, ਸਾਰਿਆਂ ਦਾ ਨਾਲ ਨੂੰ ਪ੍ਰਕਾਸ਼ ਦੇਣ ਵਾਲਾ ਹੈ। ਦੇਵੰ, ਦਾਤਾਂ ਦੇਣ ਵਾਲਾ ਹੈ। ਦੇਵ ਰੂਪ ਹੈ, ਦੇਵਤਾ ਰੂਪ ਹੈ। ਦੇਵਤਾ ਕਹਿੰਦੇ ਦੇਣ ਵਾਲੇ, ਸਭ ਕੁਝ ਦੇਈ ਜਾਂਦਾ। ਜਾਂ ਸਾਰਿਆਂ ਨੂੰ ਪਵਿੱਤਰ ਕਰਨ ਵਾਲਾ ਹੈ। ਸਰਬੰਗ ਭੇਵੰ, ਅਤੇ ਸਭ ਦੇ ਭੇਦ ਨੂੰ ਜਾਣਨ ਵਾਲਾ ਹੈ। ਸਰਬੰਗ ਕਾਲੇ, ਸਾਰਿਆਂ ਦਾ ਕਾਲ ਰੂਪ ਹੈ, ਲੈ ਵੀ ਜਾਂਦਾ ਸਾਰਿਆਂ ਨੂੰ। ਸਰਬੰਗ ਪਾਲੇ, ਸਾਰਿਆਂ ਦੀ ਪ੍ਰਤਿਪਾਲਨਾ ਕਰਦਾ। ਤੁਮ ਦਾਤੇ ਠਾਕੁਰ ਪ੍ਰਤਿਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਿਪਾਲੋ, ਹਮ ਬਾਰਕ ਤੁਮਰੇ ਤਾਰੇ। ਇਸ ਕਰਕੇ ਜਿਹਵਾ ਇਹ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀ ਹੈ। ਔਖੀ ਘੜੀ ਨਾ ਦੇਖਣ ਦਈ, ਆਪਣਾ ਬਿਰ ਸੰਭਾਲੇ, ਹਾਥ ਦੇ ਰੱਖ ਆਪਣੇ ਕੋ, ਸਾਸ ਸਾਸ ਪ੍ਰਤਿਪਾਲੇ। ਸਾਰਿਆਂ ਦੀ ਉਹ ਭਾਈ ਪਰਮੇਸ਼ਰ ਜੀ ਪ੍ਰਤਿਪਾਲਨਾ ਕਰਦੇ ਹਨ, ਪ੍ਰਤਿਪਾਲਨ ਵਾਲੇ ਹਨ, ਸਭ ਨੂੰ ਪਾਲਣ ਵਾਲੇ ਹਨ, ਸਭ ਤੇ ਕਿਰਪਾ ਕਰਦੇ ਹਨ। ਸੋ ਚਰ ਪ੍ਰਛੰਦ ਦੀ ਸਮਾਪਤੀ ਹੈ। ਧਿਆਨ ਨਾਲ ਕਥਾ ਸੁਣਨੀ ਹੈ, ਬਾਣੀ ਨੂੰ ਸ਼ੁੱਧ ਕਰਨਾ, ਅਰਥਾਂ ਦੀ ਜਾਣਕਾਰੀ ਲੈਣੀ ਹੈ। ਉਦਾਸ ਵਿਗਿਆਨੀ ਤਾਂ ਨਹੀਂ ਕੋਈ ਬਹੁਤਾ, ਇਹ ਸੰਗਤ ਦੀ ਅਸੀਸ, ਗੁਰੂ ਦੀ ਮਿਹਰ ਨਾਲ ਆਪਾਂ ਬਾਣੀ ਦੀ ਵਿਚਾਰ ਸਾਰੇ ਕਰਦੇ ਹਾਂ। ਸੋ ਆਪਾਂ ਲਾਹਾ ਲੈਣਾ ਸੁਣ ਕੇ। ਤੇ ਬਹੁਤ ਸਿਆਣੀਆਂ ਸੰਗਤਾਂ ਨੇ ਵਿੱਚ, ਕਿਤੇ ਮੈਨੂੰ ਗਲਤੀ ਲੱਗੇ ਉਚਾਰਨ ਵਿੱਚ, ਭੁਲੇਖਾ ਲੱਗੇ, ਗਲਤ ਉਚਾਰਨ ਕਰਦਾ ਹੋਵਾਂ ਜਾਂ ਅਰਥਾਂ 'ਚ ਕੋਈ ਫਰਕ ਹੋਵੇ ਤਾਂ ਆਪ ਜ਼ਰੂਰ ਦੱਸਿਆ ਕਰੋ। ਮਹਾਰਾਜ ਕਿਰਪਾ ਕਰਨ ਮੇਰੀ ਵੀ ਬਾਣੀ ਸ਼ੁੱਧ ਹੋ ਜਾਏ, ਮੈਨੂੰ ਵੀ ਅਰਥਾਂ ਦੀ ਜਾਣਕਾਰੀ ਹੋ ਜਾਏ, ਇਹ ਅਸੀਸ ਜ਼ਰੂਰ ਦੇਣੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।